ਜਿਹਬਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤਿਰਵੰਤ ਨਾ ਕਿਨਹੀ ਲਹੀਐ, ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਪੰਚ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਰੰਗ। ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਪੌੜੀ। ਪੰਚਮ ਪੰਚ ਪ੍ਰਧਾਨ ਤੇ, ਜਿਹ ਜਾਣਿਓ ਪਰਪੰਚ। ਕੁਸਮ ਬਾਸ ਬਹੁ ਰੰਗ ਕਣੋ, ਸਭ ਮਿਥਿਆ ਬਲਵੰਚ। ਨਹਿ ਜਾਪੈ ਨਹਿ ਬੂਝੀਐ, ਨਹਿ ਕਛ ਕਰਤ ਵਿਚਾਰ। ਸਵਾਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ। ਜਨਮ ਮਰਨ ਬਹੁ ਜੋਨ ਭਰਮਣ, ਕੀਏ ਕਰਮ ਅਨੇਕ। ਰਚਨਹਾਰ ਨੈ ਸਿਮਰਿਓ, ਮਨ ਨਾ ਵਿਚਾਰ ਵਿਵੇਕ। ਭਾਉ ਭਗਤ ਭਗਵਾਨ ਸੰਗ, ਮਇਆ ਮਾਇਆ ਲਿਪਤ ਨਾ ਰੰਚ। ਨਾਨਕ ਬਿਰਲੇ ਪਾਹੀਐ, ਜੋ ਨਾ ਰਾਚੈ ਪਰਪੰਚ। ਭਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨ ਰੰਚ। ਨਾਨਕ ਬਿਰਲੇ ਪਾਈਐ, ਜੋ ਰਾਚੈ ਪਰਪੰਚ। ਨਾਨਕ ਬਿਰਲੇ ਪਾਈਐ, ਜੋ ਨਾ ਰਾਚੈ ਪਰਪੰਚ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋਂ ਬਹੁਤ ਹੀ ਵਡਭਾਗੇ ਆ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਥਿੱਤੀ ਮਹੱਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 297। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਬੈਠੀ ਹੈ, ਆਓ ਸਾਰੇ ਬਣਾਓ ਇਕਾਗਰਤਾ, ਸ਼ਬਦ ਵਿਚਾਰ ਨਾਲ ਜੁੜੀਏ। ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ
ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਲੋਕ ਦੇ ਅੰਦਰ ਕਹਿ ਰਹੇ ਨੇ ਜੀ, ਪੰਚ ਵਿਕਾਰ ਮਨੈ ਬਸੇ। ਪੰਚ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਰੰਗ। ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਪੰਜ ਵਿਕਾਰਾਂ ਦੀ ਗੱਲ ਕਰਦੇ ਪਏ ਨੇ। ਪੰਚ ਵਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ। ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਸੰਗ। ਪੰਜ ਵਿਕਾਰ ਗੁਰਬਾਣੀ ਦੇ ਅੰਦਰ ਸਤਿਗੁਰ ਮਹਾਰਾਜ ਸਮਝਾਉਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਸਤਿਗੁਰ ਮਹਾਰਾਜ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਹੇ ਨਾਨਕ, ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੰਜ ਵਿਕਾਰ ਟਿਕੇ ਰਹਿੰਦੇ ਨੇ। ਪਰ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਗੁਰੂ ਸਾਹਿਬ ਨੇ ਇੱਥੇ ਪੰਜ ਵਿਕਾਰਾਂ ਦੀ ਤੇ ਪੰਜ ਗੁਣਾਂ ਦੀ ਗੱਲ ਕੀਤੀ ਹੈ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਕਹਿ ਰਹੇ ਨੇ, ਮਾਰੈ ਲੁੱਟੈ ਨੀਤ, ਨੀਤ ਕਿਸੇ ਆਗੈ ਕਰੀ ਪੁਕਾਰ ਜਨਾ, ਆਗੈ ਜਮਦਲ ਵਿਖਮ ਘਣਾ। ਇਹ ਪੰਜ ਵਿਕਾਰ ਨੇ ਨਾ ਜਿਹੜੇ ਬੰਦੇ ਨੂੰ ਮਾਰਦੇ ਨੇ, ਲੁੱਟਦੇ ਨੇ। ਗੁਰਬਾਣੀ ਦੇ ਅੰਦਰ ਇਹਨਾਂ ਨੂੰ ਦੁਸ਼ਮਣ ਵੀ ਕਿਹਾ। ਸਾਡੇ ਐਬ, ਸਾਡੇ ਔਗਣ, ਇਹ ਵਿਕਾਰ ਸਾਡੇ ਦੁਸ਼ਮਣ ਨੇ। ਇਹ ਪੰਜ ਵਿਕਾਰ ਜ਼ਿੰਦਗੀ ਨੂੰ, ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਜਦੋਂ ਸਮਝ ਆ ਗਈ, ਸੂਝ ਆ ਗਈ, ਇਹ ਵਿਕਾਰ ਕੰਟਰੋਲ ਦੇ ਵਿੱਚ ਆ ਜਾਣਗੇ। ਜਦੋਂ ਸੂਝ ਨਹੀਂ ਹੁੰਦੀ, ਅਕਲ ਨਹੀਂ ਹੁੰਦੀ, ਤਾਂ ਇਹ ਮਨੁੱਖ ਆਪਣੇ ਆਪੇ ਤੋਂ ਕਈ ਵਾਰ ਬਾਹਰ ਹੋ ਜਾਂਦਾ ਹੈ। ਆਪਾਂ ਵੇਖਦੇ ਹਾਂ ਜੀ, ਕ੍ਰੋਧ ਕਿਵੇਂ ਛਲਕਦਾ ਹੈ, ਲੋਭ ਕਿਵੇਂ ਛਲਕਦਾ ਹੈ, ਹੰਕਾਰ ਕਿਵੇਂ ਬੰਦੇ ਦੇ ਅੰਦਰੋਂ ਛਲਕਦਾ ਹੈ। ਜਦੋਂ ਬੰਦਾ ਆਪਣੀ ਸੁੱਧ ਬੁੱਧ ਖੋ ਬਹਿੰਦਾ ਹੈ, ਆਪਾਂ ਕਹਿੰਦੇ ਆਪੇ ਤੋਂ ਬਾਹਰ ਹੋ ਗਿਆ, ਇਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਵਿਕਾਰਾਂ ਦੇ ਬਾਰੇ ਵਿਸਥਾਰ ਨਾਲ ਮਹਾਰਾਜ ਨੇ ਸਮਝਾਇਆ ਵੀ ਭਾਈ, ਇਹਨਾਂ ਵਿਕਾਰਾਂ ਦਾ ਖਹਿੜਾ ਛੱਡ ਕੇ ਜ਼ਿੰਦਗੀ ਅੰਦਰ ਸਤ ਸੰਤੋਖ ਦਿਆ ਧਰਮ ਨੂੰ ਅਪਣਾ। ਇਹਨਾਂ ਵਿਕਾਰਾਂ ਨੂੰ ਤਿਆਗ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਜੀ, ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਬਲ ਤਿਸ ਬਾਪੈ ਜਿਨਹੁ ਜਾਇਆ। ਮੈਂ ਆਪਣੇ ਬਾਪ ਤੋਂ ਕੁਰਬਾਨ ਜਾਨਾ ਹਾਂ। ਬਾਪ ਕਿਹੜਾ? ਸਾਡਾ ਅਕਾਲ ਪੁਰਖ ਵਾਹਿਗੁਰੂ, ਜਿਹਨੇ ਮੈਨੂੰ ਜਣਿਆ, ਪੈਦਾ ਕੀਤਾ, ਬਚਾ ਲਿਆ। ਅੱਗੇ ਮਹਾਰਾਜ ਕਹਿੰਦੇ, ਪੰਚਾਂ ਤੇ ਮੇਰਾ ਸੰਗ ਛੁਡਾਇਆ। ਇਹਨਾਂ ਵਿਕਾਰਾਂ ਦੇ ਕੋਲੋਂ ਮੇਰਾ ਖਹਿੜਾ ਛੁਡਵਾ ਦਿੱਤਾ। ਕਬੀਰ ਸਾਹਿਬ ਜੀ ਕਹਿੰਦੇ, ਪੰਚ ਮਾਰ ਪਾਵਾ ਤਲ ਦੀਨੇ। ਇਹ ਪੰਜ ਖਤਮ ਕਰਕੇ, ਕੰਟਰੋਲ ਦੇ ਵਿੱਚ ਕਰਕੇ ਮੈਂ ਪੈਰਾਂ ਥੱਲੇ ਦੇ ਦਿੱਤੇ ਨੇ। ਹੁਣ ਮੇਰਾ ਮਨ ਸਿਮਰਨ ਦੇ ਵਿੱਚ ਲੱਗ ਗਿਆ। ਹੁਣ ਵਿਕਾਰ ਕੋ ਫੁਰਨਾ ਹਾਵੀ ਨਹੀਂ ਹੁੰਦਾ, ਕੋਈ ਵਿਕਾਰ ਹਾਵੀ ਨਹੀਂ ਹੁੰਦਾ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਪੰਜ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਰੰਗ। ਫਿਰ ਮਨੁੱਖ ਮਾਇਆ ਦੇ ਰੰਗ ਵਿੱਚ ਰੰਗਿਆ ਰਹਿੰਦਾ ਜਦੋਂ ਪੰਜ ਵਿਕਾਰ ਇਹਦੇ ਮਨ ਅੰਦਰ ਆ ਕੇ ਵਸਦੇ ਨੇ। ਮਾਇਆ ਦੇ ਰੰਗ ਵਿੱਚ ਗੁਰੂ ਸਾਹਿਬ ਦਾ ਇੱਕ ਵਚਨ ਹੁੰਦਾ ਜੀ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਨਿਆ ਬੋਲੇ ਦੌੜਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ। ਭਗਤ ਰਵਿਦਾਸ ਜੀ ਦਾ ਸ਼ਬਦ ਹੈ ਇਹ। ਹੁਣ ਮਹਾਰਾਜ ਨੇ ਮਿੱਟੀ ਦਾ ਪੁਤਲਾ ਪਤਾ ਕਿਹਨੂੰ ਕਿਹਾ? ਮਨੁੱਖ ਨੂੰ ਕਿਹਾ। ਜਦੋਂ ਇਹਦੇ ਕੋਲ ਚਾਰ ਪੈਸੇ ਹੋਣ ਨਾ, ਬੜੀਆਂ ਛਾਲਾਂ ਮਾਰਦਾ ਪੁੱਠੀਆਂ ਸਿੱਧੀਆਂ। ਜਦੋਂ ਕੁਝ ਨਾ ਹੋਵੇ ਫਿਰ ਰੋਂਦਾ ਵੀ ਆ, ਕੁਰਲਾਉਂਦਾ ਵੀ ਆ ਵੀ ਮੇਰੇ ਕੋਲ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ। ਇਹ ਸਭ ਮਾਇਆ ਦਾ ਖੇਡ ਹੈ, ਗਲਤ ਵਿਚਾਰਾਂ ਦਾ ਖੇਡ ਹੈ। ਜਦੋਂ ਗਲਤ ਵਿਚਾਰ ਨੂੰ ਅੰਦਰ ਕਬੂਲ ਕਰ ਲਿਆ ਨਾ, ਫਿਰ ਇਹ ਗਲਤ ਵਿਚਾਰ, ਗਲਤ ਮਾਇਆ ਜਿਹੜੀ ਤੈਨੂੰ ਨਚਾਉਂਦੀ ਹੈ, ਮਾਇਆ ਨਾਗਣੀ ਹੈ, ਮਨੁੱਖ ਨੂੰ ਬੜੇ ਤਰੀਕਿਆਂ ਨਾਲ, ਬੜੇ ਰੰਗਾਂ ਨਾਲ ਨਚਾਉਂਦੀ ਹੈ। ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ, ਕਿਉਂਕਿ ਜਿਹੜੇ ਇਸ ਮਾਇਆ ਦੇ ਅੰਦਰੋਂ ਵਿਕਾਰ ਪੈਦਾ ਹੁੰਦੇ ਨੇ ਨਾ, ਕਦੇ ਲੋਭ ਪੈਦਾ ਹੋ ਗਿਆ, ਕਦੇ ਹੰਕਾਰ ਪੈਦਾ ਹੋ ਗਿਆ, ਇਹਨਾਂ ਦੇ ਕਾਰਨ ਮਨੁੱਖ ਆਪਣੇ ਸਰੀਰ ਵਾਲੀ ਖੇਤੀ ਖਰਾਬ ਕਰ ਲੈਂਦਾ ਹੈ। ਇਹ ਸਾਡੀ ਖੇਤੀ ਹੈ ਜੀ।
ਜਿਵੇਂ ਦੁਨਿਆਵੀ ਤੌਰ 'ਤੇ ਅਸੀਂ ਖੇਤੀ ਨੂੰ ਸਾਂਭਦੇ ਹਾਂ, ਖੇਤ ਨੂੰ ਸਾਂਭਦੇ ਹਾਂ, ਜੇ ਉਹਦੀ ਰਾਖੀ ਨਾ ਕਰੀਏ ਨਾ ਖੇਤ ਬਰਬਾਦ ਹੋ ਜਾਂਦਾ ਹੈ। ਸਰੀਰ ਸਾਡਾ ਖੇਤੀ ਵਰਗਾ ਹੈ, ਇਹ ਖੇਤੀ ਦੀ ਜੇ ਰਾਖੀ ਨਾ ਕਰੀ ਨਾ ਇਹ ਸਰੀਰ ਬਰਬਾਦ ਹੋ ਜਾਵੇਗਾ। ਇਹਦੇ ਵਾਸਤੇ ਸਾਨੂੰ ਕਾਹਦੀ ਲੋੜ ਪੈਂਦੀ ਹੈ? ਗੁਰਬਾਣੀ ਦੇ ਗਿਆਨ ਦੀ, ਸ਼ਬਦ ਗਿਆਨ ਦੀ। ਜਦੋਂ ਗੁਰਬਾਣੀ ਦਾ ਗਿਆਨ ਇਸ ਖੇਤੀ ਵਿੱਚ ਆ ਕੇ ਪੈ ਗਿਆ ਨਾ, ਇਹ ਖੇਤੀ ਹਰੀ ਭਰੀ ਹੋ ਜਾਵੇਗੀ, ਨਹੀਂ ਤਾਂ ਸੁੱਕਦੀ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਪ੍ਰੀਤ ਤੋਂ ਬਿਨਾਂ, ਪਿਆਰ ਤੋਂ ਬਿਨਾਂ ਕਿੰਨੀਆਂ ਜਵਾਨੀਆਂ ਕੁਮਲਾਈਆਂ ਫਿਰਦੀਆਂ ਨੇ, ਕਿੰਨੇ ਜੋਬਨ ਕੁਮਲਾਏ ਫਿਰਦੇ ਨੇ, ਕਿਉਂਕਿ ਮਾਰਗ ਦਾ ਪਤਾ ਨਹੀਂ ਹੈ, ਰਾਹ ਦਾ ਪਤਾ ਨਹੀਂ ਹੈ। ਅੱਜ ਸੰਦਰਭ ਅੰਦਰ ਜੇ ਆਪਾਂ ਗੱਲ ਕਰੀਏ, ਕਿੰਨੀਆਂ ਜਵਾਨੀਆਂ ਨਸ਼ੇ ਦੇ ਵਿੱਚ ਗੁਲਤਾਨ ਹੋ ਗਈਆਂ, ਕਿਉਂਕਿ ਰਾਹ ਦਾ ਪਤਾ ਨਹੀਂ ਲੱਗ ਰਿਹਾ ਵੀ ਰਾਹ ਸਾਨੂੰ ਗੁਰੂ ਸਾਹਿਬ ਨੇ ਕਿਹੜਾ ਦੱਸਿਆ ਹੈ। ਜਦੋਂ ਪੰਜ ਵਿਕਾਰ ਹਾਵੀ ਹੁੰਦੇ ਨੇ, ਬੰਦਾ ਸੁੱਧ ਬੁੱਧ ਆਪਣੀ ਖੋ ਬਹਿੰਦਾ ਹੈ। ਬਾਣੀ ਦੇ ਅੰਦਰ ਇੱਕ ਬਚਨ ਹੁੰਦਾ ਜੀ, ਜਦੋਂ ਬੰਦਾ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਨਾ, ਗੁਰੂ ਸਾਹਿਬ ਨੇ ਇੱਕ ਬਚਨ ਆਖਿਆ ਜੀ, ਪਾਤਸ਼ਾਹ ਜੀ ਕਹਿੰਦੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਬਚਨ ਲਿਖਿਆ ਹੋਇਆ ਹੈ, ਉਹਨੂੰ ਸੁੱਧ ਬੁੱਧ ਨਹੀਂ ਰਹਿੰਦੀ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਇਹ ਕਿਉਂ ਹਾਲਤ ਬਣ ਗਈ? ਨਾ ਆਪਣੇ ਦੀ ਪਛਾਣਾ, ਨਾ ਪਰਾਏ ਦੀ ਪਛਾਣਾ। ਖਸਮ ਦੇ ਵੱਲੋਂ ਧੱਕਿਆ ਗਿਆ, ਰੱਬ ਦੇ ਵੱਲੋਂ ਧੱਕੇ ਖਾ ਰਿਹਾ। ਕਿਉਂ? ਕਿਉਂਕਿ ਇਹਦੇ ਤੇ ਜਦੋਂ ਵਿਕਾਰ ਹਾਵੀ ਹੁੰਦੇ ਨੇ ਨਾ, ਇਹ ਸਭ ਕੁਝ ਬਰਬਾਦ ਕਰ ਲੈਂਦਾ ਹੈ। ਆਪਣੇ ਸਰੀਰ ਵਾਲੀ ਖੇਤੀ ਦਾ ਇਹਨੇ ਨੁਕਸਾਨ ਕਰ ਲਿਆ। ਮਹਾਰਾਜ ਕਹਿੰਦੇ, ਪੰਜ ਵਿਕਾਰ ਮਨ ਮੈਂ ਵਸੇ, ਰਾਚੇ ਮਾਇਆ ਰੰਗ। ਜਦੋਂ ਪੰਜ ਵਿਕਾਰ ਮਨ ਦੇ ਵਿੱਚ ਹਾਵੀ ਹੋ ਗਏ ਤਾਂ ਇਹ ਮਨ ਮਾਇਆ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਮਾਇਆ ਦੀ ਖੇਡ ਖੇਡਦਾ ਹੈ, ਮਾਇਆ ਇਹਨੂੰ ਨਚਾਉਂਦੀ ਫਿਰਦੀ ਹੈ। ਇਸ ਮਨ ਨੂੰ, ਸਰੀਰ ਅੰਦਰ ਜਿਹੜਾ ਮਨ ਹੈ ਨਾ, ਇਹ ਗੱਲ ਚੇਤੇ ਰੱਖਿਓ ਜੀ, ਮਨ ਆ ਨਾ ਜਿਹੜਾ ਮਨ, ਸਰੀਰ ਦਾ ਪਾਰਟ ਨਹੀਂ ਹੈ, ਸਰੀਰ ਦਾ ਹਿੱਸਾ ਨਹੀਂ ਹੈ। ਕਈ ਵਾਰ ਸਰੀਰ ਨੂੰ ਕੋਈ ਖਰਾਬੀ ਆ ਜਾਏ ਨਾ, ਆਪਾਂ ਠੀਕ ਕਰਵਾ ਲੈਂਦੇ ਹਾਂ ਡਾਕਟਰ ਦੇ ਕੋਲੋਂ, ਦਵਾਈ ਲੈ ਕੇ ਉਸ ਦਾ ਇਲਾਜ ਹੋ ਜਾਂਦਾ ਸਰੀਰ ਅੰਦਰ ਜਦੋਂ ਖਰਾਬੀ ਹੁੰਦੀ ਹੈ ਕੋਈ। ਪਰ ਮਨ ਕਿੱਥੋਂ ਠੀਕ ਕਰਵਾਈਏ? ਇਹਦਾ ਡਾਕਟਰ ਕੌਣ ਹੈ? ਇਹਦਾ ਡਾਕਟਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮਨ ਵਿਗੜਿਆ ਹੋਇਆ ਸਵਰ ਜਾਂਦਾ ਹੈ, ਮਨ ਵਿਗੜਿਆ ਹੋਇਆ ਸਿੱਧਾ ਹੋ ਜਾਂਦਾ ਹੈ, ਜੇ ਗੁਰੂ ਦੇ ਗਿਆਨ ਨੂੰ ਜ਼ਿੰਦਗੀ ਅੰਦਰ ਵਸਾ ਲਈਏ, ਮਨ ਅੰਦਰ ਵਸਾ ਲਈਏ। ਪਾਤਸ਼ਾਹ ਜੀ ਕਹਿ ਰਹੇ ਨੇ ਨਾ, ਮਨ ਸਮਝਾਵਣ ਕਾਰਨ ਕੁਛੋਕ ਪੜ੍ਹੀਏ ਗਿਆਨ। ਥੋੜ੍ਹੇ ਜਿਹੇ ਗਿਆਨ ਦੀ ਲੋੜ ਹੈ। ਜੇ ਕਿਣਕਾ ਮਾਤਰ ਗਿਆਨ ਜ਼ਿੰਦਗੀ ਵਿੱਚ ਆ ਗਿਆ ਨਾ, ਮਨ ਨੂੰ ਜ਼ਿੰਦਗੀ ਵਿੱਚ ਪਲਟਾ ਆ ਜਾਂਦਾ ਹੈ, ਜ਼ਿੰਦਗੀ ਨਿਖਰ ਜਾਂਦੀ ਹੈ, ਸੋਹਣੀ ਬਣ ਜਾਂਦੀ ਹੈ। ਥੋੜ੍ਹਾ ਬਹੁਤਾ ਗਿਆਨ ਪ੍ਰਾਪਤ ਕਰ ਲਈਏ। ਸਦੀਆਂ ਹੋ ਗਈਆਂ, ਉਮਰਾਂ ਸਾਡੀਆਂ ਲੰਘਦੀਆਂ ਜਾ ਰਹੀਆਂ ਨੇ, ਕਿੰਨਾ ਲੰਮਾ ਸਮਾਂ ਹੋ ਗਿਆ ਗੁਰੂ ਦਰ ਆਉਂਦਿਆਂ, ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ। ਜੇ ਕਿਣਕਾ ਮਾਤਰ ਗਿਆਨ ਅਸੀਂ ਲੈ ਲਈਏ ਨਾ, ਜ਼ਿੰਦਗੀ ਦਾ ਭਲਾ ਹੋ ਜਾਊਗਾ, ਸਾਡੀ ਦਾ ਵੀ ਅਤੇ ਹੋਰਨਾਂ ਦਾ ਵੀ। ਇਸ ਕਰਕੇ ਜਿਹੜੀ ਆਪਾਂ ਇੱਥੇ ਵਿਚਾਰ ਕਰ ਰਹੇ ਸੀ ਜੀ, ਇਹਨਾਂ ਵਿਕਾਰਾਂ ਤੋਂ ਖਹਿੜਾ ਛੁਡਵਾਉਣ ਲਈ ਸਾਨੂੰ ਗਿਆਨ ਦੀ ਲੋੜ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਸੰਗਤ ਵਿੱਚ ਬਹਿ ਕੇ ਸਾਡਾ ਮਨ ਨਿਰਮਲ ਹੋ ਜਾਂਦਾ, ਮੈਲ ਤੋਂ ਰਹਿਤ ਹੋ ਜਾਂਦਾ। ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸਾਡਾ ਮਨ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਮਾਲਕ ਦੇ ਰੰਗ ਵਿੱਚ ਰਤਿਆਂ, ਵਾਹਿਗੁਰੂ ਦੇ ਰੰਗ ਵਿੱਚ ਰਤਿਆਂ। ਪੌੜੀ, ਪੰਚਮ ਪੰਚ ਪ੍ਰਧਾਨ ਤੇ ਜਿਹੇ ਜਾਣਿਓ ਪਰਪੰਚ। ਕੱਲ ਆਪਾਂ ਚੌਥ ਬਾਰੇ ਗੱਲ ਕੀਤੀ ਸੀ, ਅੱਜ ਪੰਚਮੀ ਬਾਰੇ ਆਪਾਂ ਗੱਲ ਕਰ ਰਹੇ ਹਾਂ। ਲੜੀਵਾਰ ਪਹਿਲੇ ਨੰਬਰ ਤੇ ਆਪਾਂ ਪਹਿਲ, ਦੂਜ, ਤੀਜ, ਅੱਜ ਪੰਚਮੀ ਦੀ ਆਪਾਂ ਗੱਲ ਕਰਨੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪੌੜੀ ਦੇ ਅੰਦਰ ਕਹਿ ਰਹੇ ਨੇ, ਪੰਚਮ, ਪੰਜਵੀਂ ਤਿਥ। ਪੰਚ ਦਾ ਪਤਾ ਕੀ ਅਰਥ ਹੁੰਦਾ ਜੀ? ਸੰਤ ਜਨ, ਸ੍ਰੇਸ਼ਟ ਜਨ, ਪੁੱਗੇ ਹੋਏ। ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਜੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਪੰਚ ਕਿਹਨੂੰ ਕਿਹਾ? ਸ੍ਰੇਸ਼ਟ ਮਨੁੱਖ ਕਿਹੜਾ ਹੈ?
ਪ੍ਰਵਾਨ ਮਨੁੱਖ ਕਿਹੜਾ ਹੈ, ਪ੍ਰਧਾਨ ਮਨੁੱਖ ਕਿਹੜਾ ਹੈ, ਦਰਗਾਹ ਦੇ ਵਿੱਚ ਮਾਨ ਕਿਹਨੂੰ ਮਿਲਦਾ ਹੈ। ਉਸ ਰੱਬ ਦੇ ਦਰ ਤੇ ਉਹ ਸੋਭਦੇ ਨੇ, ਸੋਹਣੇ ਲੱਗਦੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜੇ ਗੁਰੂ ਦੇ ਗਿਆਨ ਨੂੰ ਜ਼ਿੰਦਗੀ ਅੰਦਰ ਵਸਾ ਲੈਂਦੇ ਨੇ। ਪੌੜੀ ਵਿੱਚ ਕਹਿ ਰਹੇ ਨੇ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪ੍ਰਪੰਚ। ਪ੍ਰਪੰਚ ਦਾ ਅਰਥ ਹੁੰਦਾ ਜੀ ਜਗਤ ਦਾ ਪਸਾਰਾ, ਸੰਸਾਰ ਦਾ ਵੀ ਕਿੰਨਾ ਪ੍ਰਪੰਚ ਰਚਿਆ ਹੋਇਆ ਹੈ ਵਾਹਿਗੁਰੂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜਗਤ ਵਿੱਚ ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਜਗਤ ਦੇ ਪਸਾਰੇ ਨੂੰ ਸਮਝ ਲਿਆ ਕਿ ਫੁੱਲਾਂ ਦੀ ਸੁਗੰਧ ਵਰਗਾ ਹੈ ਤੇ ਭਾਵੇਂ ਅਨੇਕਾਂ ਰੰਗਾਂ ਵਾਲਾ ਹੈ, ਫਿਰ ਵੀ ਸਾਰਾ ਨਾਸ਼ਵੰਤ ਹੈ, ਠੱਗੀ ਹੈ, ਸਭ ਕੁਝ। ਜਗਤ ਪਤਾ ਕਿਹੋ ਜਿਹਾ ਫੁੱਲਾਂ ਦੀ ਸੁਗੰਧ ਵਰਗਾ, ਸੁਗੰਧ ਆਉਂਦੀ ਹੈ ਚਲੀ ਜਾਂਦੀ ਹੈ। ਸੰਸਾਰ ਤੇ ਜੀਵ ਆਉਂਦੇ ਨੇ ਚਲੇ ਜਾਂਦੇ ਨੇ। ਇਹ ਜਿਹੜਾ ਸੰਸਾਰ ਹੈ ਇੱਕ ਬਾਗ ਦੀ ਤਰ੍ਹਾਂ ਹੈ। ਕਿੰਨਾ ਸੋਹਣਾ ਇਹ ਦੁਨੀਆ, ਰੰਗਲੀ ਦੁਨੀਆ, ਕਿੰਨੇ ਰੰਗਾਂ ਦਾ ਇਹ ਬਾਗ ਹੈ, ਪਰ ਹੌਲੀ ਹੌਲੀ ਇਹ ਵਿੰਸਦਾ ਜਾ ਰਿਹਾ ਹੈ। ਨਵੇਂ ਫੁੱਲ ਪੈਦਾ ਹੋ ਜਾਂਦੇ ਨੇ, ਪੁਰਾਣੇ ਵਿੰਸ ਜਾਂਦੇ ਨੇ। ਇੱਥੇ ਗੁਰੂ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ, ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪ੍ਰਪੰਚ। ਮਹਾਰਾਜ ਕਹਿੰਦੇ ਉਹ ਸ੍ਰੇਸ਼ਟ ਜਨ ਨੇ, ਪਿਆਰੇ ਨੇ, ਜਿਨ੍ਹਾਂ ਨੇ ਜਗਤ ਦੇ ਪਸਾਰੇ ਨੂੰ ਸਮਝ ਲਿਆ। ਜਗ ਕਿਹੋ ਜਿਹਾ ਜੀ? ਜਗ ਸੁਪਨੇ ਵਰਗਾ ਨਾ ਸਾਡਾ ਸੰਸਾਰ। ਪਾਤਸ਼ਾਹ ਜੀ ਕਹਿ ਰਹੇ ਨੇ ਇਹ ਜਗ ਸੁਪਨੇ ਦੀ ਨਿਆਈ ਹੈ। ਪਤਾ ਨਹੀਂ ਕਿੰਨਾ ਕੁਝ ਸੁਪਨੇ ਅੰਦਰ ਵੇਖ ਲੈਂਦੇ ਆ, ਪਰ ਬਿਨ ਸੰਹਾਰ ਖਤਮ ਹੋ ਜਾਂਦਾ। ਹੁੰਦਿਆਂ ਸੁਣਦਿਆਂ ਵੀ ਕਈ ਵਾਰ ਇਸ ਤਰ੍ਹਾਂ ਲੱਗਦਾ ਵੀ ਭਿਖਾਰੀ ਬਣ ਗਿਆ ਮੈਂ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਵਚਨ ਅੰਦਰ, ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪ੍ਰਪੰਚ, ਕੁਸਮ ਬਾਸ ਸੁਗੰਧੀ, ਫੁੱਲ ਦੀ ਸੁਗੰਧੀ। ਕੁਸਮ ਬਾਸ ਬਹੁ ਰੰਕਣੋ ਮਿਥਿਆ, ਸਭ ਮਿਥਿਆ ਬਲਵੰਚ। ਮਹਾਰਾਜ ਕਹਿੰਦੇ ਫੁੱਲ ਦਾ ਰੰਗ, ਫੁੱਲ ਦੀ ਸੁਗੰਧੀ ਬੜੀ ਚੰਗੀ ਹੈ, ਬੜੀ ਵਧੀਆ ਲੱਗਦੀ ਹੈ, ਪਰ ਥੋੜੇ ਪਲ ਵਾਸਤੇ ਹੁੰਦੀ ਹੈ, ਥੋੜੇ ਸਮੇਂ ਵਾਸਤੇ ਹੁੰਦੀ ਹੈ। ਫੁੱਲ ਟਹਿਕਦਾ ਮਹਿਕਦਾ ਕਦੋਂ ਸੋਹਣਾ ਲੱਗਦਾ? ਜਦੋਂ ਟਾਹਣੀ ਨਾਲ ਲੱਗਿਆ ਹੋਵੇ। ਜਦੋਂ ਫੁੱਲ ਨੂੰ ਟਾਹਣੀ ਨਾਲ ਤੋੜ ਲਿਆ ਜਾਂਦਾ ਨਾ, ਫੁੱਲ ਫਿਰ ਕਮਲਾ ਜਾਂਦਾ ਹੈ। ਫੁੱਲ ਦੇ ਅੰਦਰੋਂ ਗੱਲਬਾਤ ਨਹੀਂ ਰਹਿ ਜਾਂਦੀ, ਨਾ ਉਹਦੀ ਸੁਗੰਧੀ ਵਿੱਚ ਗੱਲਬਾਤ ਰਹਿ ਗਈ, ਨਾ ਫੁੱਲ, ਉਹ ਮੁਰਝਾ ਜਾਂਦਾ ਹੈ। ਫੁੱਲ ਉੱਥੇ ਟਾਹਣੀ ਨਾਲ ਲੱਗਿਆ ਹੀ ਸੋਹਣਾ ਲੱਗਦਾ, ਉਹਨੂੰ ਤੋੜ ਕੇ ਨਹੀਂ ਅਸੀਂ ਕਹਿੰਦੇ ਵੀ ਇਹ ਹੁਣ ਸੋਹਣਾ ਲੱਗੂਗਾ, ਨਾ। ਤੋੜ ਕੇ ਤਾਂ ਉਹਦੀ ਸਜਾਵਟ ਘਟ ਗਈ ਹੈ। ਕਿਉਂ ਤੋੜਨਾ? ਫੁੱਲ ਜਿੱਥੇ ਲੱਗਿਆ ਲੱਗਿਆ ਰਹਿਣ ਦਿਓ। ਸਤਿਗੁਰੂ ਮਹਾਰਾਜ ਇੱਥੇ ਵਿਚਾਰ ਜਿਹੜੀ ਆਪਾਂ ਨੂੰ ਦੇ ਰਹੇ ਨੇ, ਜਗਤ ਆ ਜਿਹੜਾ ਨਾ, ਸੰਸਾਰ ਆ ਨਾ ਜਿਹੜਾ, ਸੰਸਾਰ ਵੀ ਮਹਾਰਾਜ ਕਹਿੰਦੇ ਜਗ ਰਚਨਾ, ਜਗ ਦੀ ਰਚਨਾ ਨਾ ਜਿਹੜੀ, ਇਹ ਵੀ ਇੱਕ ਸੁਗੰਧੀ ਵਰਗੀ ਹੈ। ਸੁਗੰਧੀ ਵਰਗੀ ਰਚਨਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਕਿ ਨਹਿ ਜਾਪੈ ਨਹਿ ਬੂਝੀਐ, ਨਹਿ ਕਿਸ ਕਰਤ ਵਿਚਾਰ, ਸਵਾਦ ਮੋਹ ਰਸ ਵਿਦਿਓ, ਅਗਿਆਨ ਰਚਿਓ ਸੰਸਾਰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਹ ਮਨੁੱਖ ਆ ਨਾ, ਜਿਹੜਾ ਪ੍ਰਾਣੀ ਆ, ਜਿਹੜਾ ਸੰਸਾਰ ਆ, ਜਗਤ ਹੈ, ਜਗਤ ਆਮ ਤੌਰ ਤੇ ਅਗਿਆਨਤਾ ਦੇ ਵਿੱਚ ਮਸਤ ਰਹਿੰਦਾ ਹੈ। ਅਗਿਆਨੀ ਲੋਕ ਤੇ ਗਿਆਨੀ ਲੋਕਾਂ ਅੰਦਰ ਕਿੰਨਾ ਫਰਕ ਹੁੰਦਾ ਜੀ। ਗਿਆਨੀ ਜਿਹਨੂੰ ਸੂਝ ਆ ਗਈ, ਸਮਝ ਆ ਗਈ। ਅਗਿਆਨੀ ਜਿਹਨੂੰ ਕੁਝ ਪਤਾ ਹੀ ਨਹੀਂ। ਜੇ ਕੁਝ ਪਤਾ ਨਾ ਹੋਵੇ ਨਾ, ਫਿਰ ਕਈ ਵਾਰ ਬੰਦਾ ਜਾਣ ਕੇ ਵੀ ਢੋਚਰ ਡਾਉਂਦਾ। ਪਾਤਸ਼ਾਹ ਜੀ ਜਿਹੜੀ ਆਪਾਂ ਨੂੰ ਗੱਲ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ ਨਹਿ ਜਾਪੈ ਨਹਿ ਬੁੱਝੀਐ, ਨਹਿ ਕਛ ਕਰਤ ਵਿਚਾਰ। ਨਾ ਕੁਝ ਬੁੱਝਿਆ, ਨਾ ਕੁਝ ਸਮਝਿਆ, ਨਾ ਕੋਈ ਵਿਚਾਰ ਕਰੀ। ਬਸ ਮਹਾਰਾਜ ਕਹਿੰਦੇ ਸਵਾਦ ਮੋਹ ਰਸ ਵਿਦਿਓ, ਅਗਿਆਨੀ ਰਚਿਓ ਸੰਸਾਰ। ਮਹਾਰਾਜ ਕਹਿੰਦੇ ਇਹ ਅਗਿਆਨੀ ਮਨੁੱਖ ਸਵਾਦਾਂ ਦੇ ਵਿੱਚ, ਰਸਾਂ ਦੇ ਵਿੱਚ ਲੱਗਿਆ ਰਿਹਾ, ਪਰ ਇਹਨੇ ਕੁਝ ਬੁੱਝਿਆ ਨਹੀਂ, ਸਮਝਿਆ ਨਹੀਂ, ਗਿਆਨ ਨਹੀਂ ਪ੍ਰਾਪਤ ਕੀਤਾ, ਅਗਿਆਨਤਾ ਇਕੱਠੀ ਕਰਦਾ ਰਿਹਾ। ਕੋਈ ਸੂਝ ਵਾਲੀ, ਅਕਲ ਵਾਲੀ ਗੱਲ ਨਹੀਂ ਕੀਤੀ, ਬੇਕਾਰ ਗੱਲਾਂ, ਭੈੜੀਆਂ ਗੱਲਾਂ ਕਰਦਾ ਰਿਹਾ। ਇਹਨੇ ਜ਼ਿੰਦਗੀ ਵਿੱਚ ਕੁਝ ਖੱਟਿਆ ਕਮਾਇਆ ਨਹੀਂ, ਕੁਝ ਬੁੱਝਿਆ ਨਹੀਂ। ਅੱਗੇ ਮਹਾਰਾਜ ਕਹਿ ਰਹੇ ਨੇ ਜਨਮ ਮਰਨ ਬਹੁ ਜੋਨ ਭਰਮਣ, ਕੀਨੇ ਕਰਮ ਅਨੇਕ। ਇਸ ਕਰਕੇ ਇਹ ਮਨੁੱਖ ਅਗਿਆਨਤਾ ਦੇ ਵਿੱਚ ਡੁੱਬਣ ਕਾਰਨ ਜਨਮ ਤੇ ਮਰਨ ਵਿੱਚ ਪਿਆ ਰਹਿੰਦਾ, ਜੰਮਣਾ ਤੇ ਮਰਨਾ।
ਪਾਤਸ਼ਾਹ ਜੀ ਕਹਿੰਦੇ ਇਹਨੇ ਸਿਰਜਣਹਾਰ ਪ੍ਰਭੂ ਨੂੰ ਜਾਣਿਆ ਨਹੀਂ, ਸਮਝਿਆ ਨਹੀਂ। ਉਹ ਮਾਲਕ ਆ ਜਿਹੜਾ ਨਾ ਉਹਨੂੰ ਸੂਝ ਦੇਣ ਵਾਲਾ, ਸਹੀ ਰਸਤਾ ਵਿਖਾਉਣ ਵਾਲਾ, ਪਰ ਉਹਨੂੰ ਸਮਝਦਾ ਨਹੀਂ। ਜੀਵਨ ਦੀ ਜੁਗਤ ਬਾਰੇ ਕੋਈ ਵਿਚਾਰ ਨਹੀਂ ਕਰੀ ਕਦੇ। ਇਸ ਕਰਕੇ ਇਹ ਮਨੁੱਖ ਜਨਮ ਤੇ ਮਰਨ ਵਿੱਚ ਭਟਕਦਾ ਰਹਿੰਦਾ। ਭਰਮਣ ਦਾ ਅਰਥ ਹੁੰਦਾ ਜੀ ਭਟਕਣਾ। ਇੱਕ ਤਾਂ ਬੰਦਾ ਹੁੰਦਾ ਜੀ ਸਰੀਰ ਕਰਕੇ ਭਟਕਦਾ। ਹੁਣ ਭਟਕਣਾ ਵੀ ਦੋ ਪ੍ਰਕਾਰ ਦਾ ਨਾ। ਇੱਕ ਉਹ ਬੰਦਾ ਵੀ ਕਿਤੇ ਕਿੱਧਰ ਚਲਾ ਗਿਆ, ਕਿਤੇ ਕਿੱਧਰ ਚਲਾ ਗਿਆ, ਸਮਝ ਨਹੀਂ ਲੱਗਦੀ ਵੀ ਕੀ ਕਰਾਂ। ਕਿੰਨਾ ਦੂਰ ਪਿੰਡਾਂ ਤੈਅ ਕਰ ਲਿਆ ਭਟਕਣਾ ਦੇ ਵਿੱਚ ਪੈ ਪੈ ਕੇ। ਲੁਕਾਈ ਆ ਨਾ ਜਿਹੜੀ ਸਾਡੇ ਲੋਕ ਨੇ, ਭਟਕ ਰਹੇ ਨੇ ਅੱਜ ਵੀ। ਕਿਉਂ? ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਭਟਕਣਾ ਦਾ ਕਾਰਨ ਕੀ ਹੈ? ਅਗਿਆਨਤਾ। ਭਟਕਣਾ ਦਾ ਕਾਰਨ ਕੀ ਹੈ? ਗੁਰੂ ਦਾ ਗਿਆਨ ਪੱਲੇ ਨਹੀਂ ਹੈ। ਜਿਵੇਂ ਸਾਨੂੰ ਕੋਈ ਕਹਿੰਦਾ ਨਾ ਉਵੇਂ ਕਰੀ ਜਾਂਦੇ ਆ। ਸਤਿਗੁਰੂ ਮਹਾਰਾਜ ਇੱਥੇ ਇਸ ਪੰਕਤੀ ਦੇ ਅੰਦਰ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਜਨਮ ਮਰਨ ਬਹੁ ਜੋਨ ਭਰਮ, ਅਨੇਕਾਂ ਜੋਨਾਂ ਭਰਮਣ ਕਰਦਾ। ਕੀਨੇ ਕਰਮ ਅਨੇਕ, ਕਰਮ ਤਾਂ ਅਨੇਕਾਂ ਕਰ ਲਏ। ਸਾਡੇ ਲੋਕ ਕਰਮ ਕਰਦੇ ਨਹੀਂ ਥੱਕਦੇ ਜੀ। ਕਰਮ ਤਾਂ ਜਿੰਨੇ ਮਰਜ਼ੀ ਕਰਾਈ ਜਾਓ। ਫਲਾਣੀ ਥਾਂ ਤੇ ਜਾਣਾ, ਉੱਥੇ ਵੀ ਜਾਣਾ, ਉੱਥੇ ਕਿੰਨੇ ਮਰਜ਼ੀ ਕਰਮ ਕਰਾ ਲਓ, ਲੋਕ ਕਰਮ ਕਰਦੇ ਨਹੀਂ ਥੱਕਦੇ। ਪਰ ਸਮਝ ਨਹੀਂ ਆ ਰਿਹਾ, ਸੂਝ ਨਹੀਂ ਆ ਰਹੀ। ਇੱਕ ਉਦਾਹਰਨ ਦੇਵਾਂ। ਮੰਨੋ ਅਸੀਂ 1 ਸਾਲ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੇ ਹਾਂ ਪੜ੍ਹਾਉਣ ਦੀ ਖਾਤਰ, ਵੀ ਬੱਚਾ ਸਕੂਲ ਜਾਵੇ, ਕੁਝ ਪੜ੍ਹ ਕੇ ਆਵੇ, ਕੁਝ ਸਮਝ ਕੇ ਆਵੇ। ਕਈ ਵਾਰ ਜਦੋਂ ਨਤੀਜਾ ਆਉਂਦਾ ਨਾ, ਰਿਜ਼ਲਟ ਆਉਂਦਾ, ਬੱਚਾ ਸਾਰਾ ਸਾਲ ਕਲਾਸ ਵਿੱਚ ਬਹਿ ਕੇ ਵੀ ਕੁਝ ਕਰਦਾ ਨਹੀਂ ਹੈ। ਕਈ ਬੱਚੇ ਹੁੰਦੇ ਨੇ ਵੀ ਉਹਦੇ ਨਾਲ ਪੜ੍ਹ ਕੇ ਵਧੀਆ ਅਗਲੀ ਕਲਾਸ ਵਿੱਚ ਪਹੁੰਚ ਜਾਂਦੇ ਨੇ, ਵਧੀਆ ਨੰਬਰ ਪ੍ਰਾਪਤ ਕਰਕੇ। ਸੰਸਾਰ ਦੀ ਜਿਹੜੀ ਹਾਲਤ ਹੈ ਇਸ ਤਰ੍ਹਾਂ ਦੀ ਹੈ ਜੀ। ਗੁਰੂ ਸਾਹਿਬ ਤਾਂ ਰੋਜ਼ਾਨਾ ਇਸ ਪਾਠਸ਼ਾਲਾ ਦੇ ਵਿੱਚ, ਇਸ ਧਾਰਮਿਕ ਦੇ ਘਰ, ਸਿੱਖਿਆ ਦੇ ਅਦਾਰੇ ਵਿੱਚ ਮਹਾਰਾਜ ਤਾਂ ਰੋਜ਼ਾਨਾ ਹੀ ਆਪਾਂ ਨੂੰ ਗਿਆਨ ਦਿੰਦੇ ਨੇ ਨਾ। ਕਈ ਇਹ ਗਿਆਨ ਪ੍ਰਾਪਤ ਕਰਕੇ, ਸੂਝ ਪ੍ਰਾਪਤ ਕਰਕੇ ਭਟਕਣਾ ਤੋਂ ਮੁਕਤ ਹੋ ਜਾਂਦੇ ਨੇ। ਕਈ ਵਿਚਾਰੇ ਉੱਥੇ ਫਿਰ ਘੁੰਮੀ ਜਾਂਦੇ ਨੇ। ਸਾਡੀ ਤਾਂ ਹਾਲਤ ਇੱਕ ਬਲਦ ਵਰਗੀ ਹੈ ਨਾ। ਸਾਡੀ ਹਾਲਤ ਵਿੱਚ ਜਿਹੜਾ ਸਾਰਾ ਦਿਨ ਕੋਲੂ ਦੇ ਦੁਆਲੇ ਘੁੰਮੀ ਜਾਂਦਾ, ਪਤਾ ਨਹੀਂ ਇਸ ਤਰ੍ਹਾਂ ਜਾਪਦਾ, ਪਤਾ ਨਹੀਂ ਕਿੰਨਾ ਕੁ ਪਿੰਡਾਂ ਤੈਅ ਕਰ ਲਿਆ। ਜਦੋਂ ਪਤਾ ਲੱਗਦਾ ਵੀ ਮੈਂ ਤਾਂ ਉੱਥੇ ਹੀ ਖੜਾ। ਸਾਡੇ ਸੰਸਾਰ ਦਾ ਵਰਤਾਰਾ ਵੀ ਇਸ ਤਰ੍ਹਾਂ ਹੈ ਜੀ, ਗਿਆਨ ਤੋਂ ਬਿਨਾਂ, ਅਕਲ ਤੋਂ ਬਿਨਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਗੁਰੂ ਸਾਹਿਬਾਨ ਸੰਸਾਰ ਨੂੰ ਗਿਆਨ ਦੇਣ ਵਾਸਤੇ, ਸੂਝ ਦੇਣ ਵਾਸਤੇ, ਅਕਲ ਦੇਣ ਵਾਸਤੇ, ਸਮਾਜਿਕ ਤੌਰ ਤੇ ਵਧੀਆ ਬਣ ਜਾਵੇ, ਆਰਥਿਕ ਤੌਰ ਤੇ ਹਰ ਇੱਕ ਪੱਖ ਤੋਂ ਮਹਾਰਾਜ ਨੇ ਜਾਣੂ ਕਰਵਾਇਆ। ਪਰ ਬਣਿਆ ਕਿਵੇਂ ਜਾਵੇਗਾ? ਅਕਲ ਲੈ ਕੇ, ਗਿਆਨ ਲੈ ਕੇ। ਅਕਲ ਲੈਣ ਵਾਸਤੇ, ਗਿਆਨ ਲੈਣ ਵਾਸਤੇ ਮਨ ਨੀਵਾਂ ਰੱਖਣਾ ਪੈਂਦਾ ਹੈ, ਫਿਰ ਤਾਂ ਕੁਝ ਪੈ ਜਾਂਦਾ। ਜਿਵੇਂ ਮਹਾਰਾਜ ਕਹਿੰਦੇ, ਜੇ ਕੋਈ ਚੀਜ਼ ਪ੍ਰਾਪਤ ਕਰਨੀ ਹੋਵੇ ਨਾ, ਭਾਂਡਾ ਖਾਲੀ ਲੈ ਕੇ ਜਾਣਾ ਪੈਂਦਾ ਹੈ। ਵੀ ਕਿਸੇ ਤੋਂ ਆਪਾਂ ਕੁਝ ਲੈਣ ਜਾਂਦੇ ਹਾਂ, ਭਾਂਡਾ ਖਾਲੀ ਲੈ ਕੇ ਜਾਂਦੇ, ਫੇਰ ਹੀ ਅਗਲਾ ਭਰ ਕੇ ਦੇਊਗਾ। ਜੇ ਪਹਿਲੀ ਭਾਂਡਾ ਭਰ ਲਿਆ, ਫੇਰ ਅਗਲਾ ਕੀ ਪਾਊਗਾ? ਇੱਥੇ ਵੀ ਇਸੇ ਤਰ੍ਹਾਂ ਹੀ ਹੈ ਜੀ। ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਗਿਆਨ ਅੰਦਰ ਤਾਂ ਟਿਕ ਸਕਦਾ ਹੈ, ਅਕਲ ਅੰਦਰ ਗੁਰੂ ਦੀ ਤਾਂ ਟਿਕ ਸਕਦੀ ਹੈ, ਜੇ ਸਾਡਾ ਮਨ ਵਾਲਾ ਭਾਂਡਾ ਖਾਲੀ ਹੋਊਗਾ। ਮਹਾਰਾਜ ਇਹ ਗੱਲ ਕਹਿੰਦੇ ਨੇ, ਮਨ ਵਾਲਾ ਭਾਂਡਾ ਖਾਲੀ ਕਰਕੇ ਲੈ ਕੇ ਆ, ਬਹੁਤ ਕੁਝ ਪਾ ਦੂੰਗਾ। ਮਹਾਰਾਜ ਤਾਂ ਨਿੱਤ ਭਾਂਡੇ ਭਰਦੇ ਨੇ, ਖਾਲੀ ਭਾਂਡਿਆਂ ਨੂੰ ਭਰਨ ਵਾਲੇ ਮੇਰੇ ਸਤਿਗੁਰੂ ਜੀ ਨੇ। ਇੱਥੇ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਨਾ ਇਸ ਪੰਕਤੀ ਦੀ, ਅਨੇਕਾਂ ਜਨਮ ਭਟਕ ਲਿਆ, ਭਰਮਣ ਕਰ ਲਏ, ਕਰਮ ਬਹੁਤ ਕਰ ਲਏ, ਪਰ ਸਕੂਨ ਕੋਈ ਨਹੀਂ, ਸਬਰ ਕੋਈ ਨਹੀਂ। ਮੈਂ ਗੱਲ ਕਰਦਾ ਸੀ, ਬੰਦਾ ਸਰੀਰਕ ਤੌਰ ਤੇ ਵੀ ਭਟਕਦਾ ਹੈ, ਇੱਕ ਬੰਦਾ ਉਹ ਹੈ ਮਨ ਕਰਕੇ ਵੀ ਭਟਕਦਾ ਹੈ। ਆਪਾਂ ਇਸ ਤਰ੍ਹਾਂ ਦੇ ਲੋਕ ਵੀ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਅੱਚ ਵੀ ਲੱਗਦੇ, ਇਸ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ ਨੇ ਨਾ। ਕਾਰਨ ਪਤਾ ਕੀ ਹੈ? ਜਦੋਂ ਮਨ ਸੰਤੁਸ਼ਟ ਨਾ ਹੋਵੇ, ਫਿਰ ਬੰਦੇ ਦਾ ਜਿਹੜਾ ਸਰੀਰ ਦੀ ਹਾਲਤ ਆ ਨਾ, ਬੜੀ ਮਾੜੀ ਹੋ ਜਾਂਦੀ ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਮਨ ਕਰਕੇ ਬੰਦਾ ਕਿਵੇਂ ਭਟਕਦਾ। ਮੰਜੇ ਤੇ ਪੈ ਵੀ ਗਿਆ, ਅੱਖਾਂ ਵੀ ਮਿਟ ਲੀਆਂ, ਪਰ ਮਨ ਭਟਕੀ ਜਾਂਦਾ, ਨੀਂਦ ਨਹੀਂ ਆ ਰਹੀ। ਮਨ ਕਰਕੇ ਭਟਕਣਾ ਪਤਾ ਕਿਉਂ ਆ? ਕਿਉਂਕਿ ਮਨ ਕਰਕੇ ਭਟਕਣਾ ਇਸ ਕਰਕੇ ਹੈ, ਗਿਆਨ ਅੰਦਰ ਬਿਠਾਇਆ ਨਹੀਂ, ਕਿਸੇ ਗੱਲ ਦੀ ਚਿੰਤਾ, ਕਿਸੇ ਗੱਲ ਦਾ ਝੋਰਾ ਹਰ ਵੇਲੇ ਲੱਗਿਆ ਰਹਿੰਦਾ ਹੈ।
ਇੱਕ ਸਰੀਰ ਕਰਕੇ ਭਟਕ ਰਿਹਾ ਹੈ, ਇੱਕ ਮਨ ਕਰਕੇ ਭਟਕ ਰਿਹਾ ਹੈ। ਰਾਹ ਮੰਜ਼ਲ ਨਹੀਂ ਲੱਭ ਰਹੀ, ਰਸਤਾ ਨਹੀਂ ਲੱਭ ਰਿਹਾ। ਕਿਉਂ? ਕਿਉਂਕਿ ਸਤਿਗੁਰੂ ਦਾ ਸੱਚਾ ਗਿਆਨ ਪੱਲੇ ਨਹੀਂ। ਅੱਗੇ ਮਹਾਰਾਜ ਸਮਝਾ ਰਹੇ ਨੇ ਜੀ, ਰਚਨਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਵਿਵੇਕ। ਮਹਾਰਾਜ ਕਹਿੰਦੇ ਭਟਕਣਾ ਦਾ ਕਾਰਨ ਇਹ ਵੀ ਹੈ, ਜਿਹਨੇ ਰਚਿਆ, ਜਿਹਨੇ ਬਣਾਇਆ, ਜਿਹਨੇ ਸਾਜਿਆ, ਉਹਨੂੰ ਸਿਮਰਿਆ ਨਹੀਂ, ਉਹਨੂੰ ਯਾਦ ਨਹੀਂ ਕੀਤਾ, ਕਦੇ ਵਿਚਾਰ ਕਰਕੇ ਨਹੀਂ ਵੇਖੀ। ਮਹਾਰਾਜ ਕਹਿੰਦੇ ਭਉ ਭਗਤ ਭਗਵਾਨ ਸੰਗ ਮਾਇਆ ਵਿਪਤਨ ਰੰਚ। ਭਉ ਦਾ ਅਰਥ ਹੁੰਦਾ ਜੀ ਪਿਆਰ, ਭਗਤੀ ਦਾ ਅਰਥ ਹੁੰਦਾ, ਭਗਤ ਦਾ ਅਰਥ ਹੁੰਦਾ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਜੀ। ਗੁਰਬਾਣੀ ਵਿੱਚ ਵਿਆਕਰਨ ਦੇ ਕੁਝ ਰੂਲ ਨੇ। ਇਹਦਾ ਅਰਥ ਹੈ ਭਗਤੀ, ਭਗਵਾਨ ਦਾ ਅਰਥ ਹੈ ਪ੍ਰਮਾਤਮਾ, ਸੰਗ ਦਾ ਅਰਥ ਹੈ ਨਾਲ, ਮਾਇਆ ਲਿਪਤਨ ਰੰਚ। ਹੁਣ ਮੇਰਾ ਜਿਹੜਾ ਪ੍ਰੇਮ ਆ ਨਾ, ਮੇਰਾ ਪਿਆਰ ਹੈ, ਉਹ ਪ੍ਰਮਾਤਮਾ ਨਾਲ ਬਣ ਗਿਆ। ਹੁਣ ਮਾਇਆ ਦਾ ਜਿਹੜਾ ਮਾਇਆ ਲਿਪਤਨ ਰੰਚ, ਜਿਹੜੀ ਅੰਦਰ ਮਾਇਆ ਚਿੰਬੜੀ ਹੋਈ ਸੀ, ਵਿਕਾਰ ਚਿੰਬੜੇ ਹੋਏ ਸੀ, ਗਲਤ ਵਿਚਾਰ ਚਿੰਬੜੀ ਹੋਈ ਸੀ, ਉਹ ਰੰਚਕ ਮਾਤਰ ਰਹਿ ਨਹੀਂ ਗਈ, ਨਿਕਲ ਗਈ ਅੰਦਰੋਂ। ਨਾਨਕ ਬਿਰਲੇ ਪਾਹੀਐ ਜੋ ਰਾਚੈ ਪਰਪੰਚ, ਜੋ ਨਾ ਰਾਚੈ ਪਰਪੰਚ। ਵਾਹਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਨਾਨਕ ਬਿਰਲੇ ਪਾਹੀਐ। ਇਹ ਨਾਨਕ, ਦੁਨੀਆ ਦੇ ਅੰਦਰ, ਸੰਸਾਰ ਅੰਦਰ ਬਿਰਲੇ ਮਨੁੱਖ ਨੇ ਜਿਹੜੇ ਇਸ ਪ੍ਰਪੰਚ ਨੂੰ, ਇਸ ਪਸਾਰੇ ਨੂੰ ਸਮਝਦੇ ਨੇ, ਇਸ ਪ੍ਰਪੰਚ ਵਿੱਚ ਰਚਦੇ ਨਹੀਂ। ਜਗ ਰਚਨਾਈ ਝੂਠ ਹੈ ਜਾਣ ਲਿਓ ਰੇ ਮੀਤ। ਝੂਠ ਆ ਸਾਰੀ ਰਚਨਾ, ਵਿਖਾਵਾ ਸਾਰਾ। ਦੁਨੀਆ ਦੇ ਅੰਦਰ ਬਹੁਤ ਕੁਝ ਵਾਪਰਦਾ ਦੀ